ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ केतक बात है, कोट पराधी तरया रे। गुरु नानक जिन सुनिया पेखिया, से फिर गर्भास ना परया रे। सतनाम धन वाहिगुरु साहिब जी। राम कली महला नौवां। साधो कौन जुगत अब कीजै, जाते दुर्मत सगल विनाशै। राम भगत मन भीजै, साधो कौन जुगत अब कीजै, जाते दुर्मत सगल विनाशै। राम भगत मन भीजै। रहाउ मन माया मह उलझ रहो है, बूझै नह कछ ज्ञाना। कौन नाम जग जाकै सिमरै, पावै पद निर्वाना। भै दयाल कृपाल संत जन, तब ए बात बताई। सर्व धर्म मानो तिह किए, जे प्रभ कीरत गाई। राम नाम नर निस वासुर मह, निमख एक उर धारै। जम को त्रास मिटै नानक तेह, अपनो जन्म सवारै। राम नाम नर निस वासुर मह, निमख एक उर धारै। जम को त्रास मिटै नानक तेह, अपनो जन्म सवारै। वाहिगुरु जी का खालसा, वाहिगुरु जी की फतेह। जागदी जोत रूहानी ज्ञान दे मुजस्मे, बाणी के बोहित पड़थक हर। धन धन साहिब श्री गुरु ग्रंथ साहब महाराज जी दी पावन पवित्र ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ ਅਤੇ ਦੇਸ਼ ਪ੍ਰਦੇਸ਼ ਦੇ ਵਿੱਚ
ਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨਾਲ ਜੁੜਨ ਵਾਲੇ ਸਤਸੰਗੀ ਜਨੋਂ, ਸਾਹਿਬਾਂ ਨੇ ਕਿਰਪਾ ਕੀਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਵਿਚਾਰਾਂ ਇਸ ਸਥਾਨ ਤੇ ਚੱਲ ਰਹੀਆਂ ਹਨ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ, ਜਿਸ ਦੇ ਸੰਬੰਧ ਵਿੱਚ ਸਾਹਿਬਾਂ ਦੀ ਜੋ ਅੰਮ੍ਰਿਤ ਬਾਣੀ ਹੈ ਉਹਦੀ ਲੜੀਵਾਰ ਵਿਚਾਰ ਆਰੰਭ ਕੀਤੀ ਹੈ। ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਜੋ ਅੱਜ ਦੇ ਵਿਚਾਰ ਅਧੀਨ ਬਖਸ਼ਿਸ਼ ਕੀਤਾ ਹੈ, ਰਾਮਕਲੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਪਾਵਨ ਅੰਕ 902 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਸਾਧੂ ਕੋਨ ਜੁਗਤ ਅਬ ਕੀਜੈ, ਜਾਤੇ ਦੁਰਮਤ ਸਗਲ ਵਿਨਾਸ਼ੈ, ਰਾਮ ਭਗਤ ਮਨ ਭੇਜੈ। ਰਾਹੋ ਇਹ ਸ਼ਬਦ ਦਾ ਕੇਂਦਰੀ ਭਾਵ ਹੈ। ਸੋ ਆਓ ਇਸ ਪਾਵਨ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ, ਸਾਹਿਬਾਂ ਦੇ ਚਰਨਾਂ ਝੁਕਾਓ ਸੀਸ, ਪ੍ਰੇਮ ਸਹਿਤ ਗੁਰ ਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ, ਹਰ ਕਰੋ ਕਿਰਪਾ ਸਤਨਾਮ। ਸ੍ਰੀ ਵਾਹਿਗੁਰੂ ਜੀ। ਮਨੁੱਖੀ ਮਨ ਦੇ ਵਿੱਚ ਦੁਰਮਤ ਦਾ ਹੋਣਾ ਇਹ ਤਕਰੀਬਨ ਹਰ ਮਨੁੱਖ ਵਿੱਚ ਦੁਰਮਤ ਹੈ, ਭੈੜੀ ਮਤ ਹੈ ਜਾਂ ਵਿਕਾਰ ਨੇ। ਔਰ ਮਨੁੱਖ ਦੇ ਦੁਖੀ ਹੋਣ ਦਾ ਕਾਰਨ ਵੀ ਮਨੁੱਖ ਦੇ ਕੋਲ ਜੋ ਇਹ ਦੁਰਮਤ ਹੈ, ਭੈੜੀ ਮਤ ਹੈ, ਖੋਟੀ ਮਤ ਹੈ, ਇਹੀ ਮਨੁੱਖ ਦੀ ਖੁਆਰੀ ਦਾ ਕਾਰਨ ਬਣਦੀ ਹੈ। ਖੋਟੀ ਮਤ। ਇਸ ਕਰਕੇ ਯਾਦ ਰੱਖਣਾ, ਜੀਵਨ ਦੇ ਵਿੱਚ ਮਨੁੱਖ ਦੇ ਕੋਲ ਕੋਈ ਵੀ ਚੀਜ਼ ਹੁੰਦੀ ਹੈ ਜਿਸ ਨੂੰ ਛੱਡਣ ਵਾਸਤੇ, ਤਿਆਗਣ ਵਾਸਤੇ ਉਸ ਨੂੰ ਕੋਈ ਨਾ ਕੋਈ ਯਤਨ ਕਰਨਾ ਪੈਂਦਾ ਹੈ, ਕੋਈ ਨਾ ਕੋਈ ਜੁਗਤੀ ਜਿਹੜੀ ਹੈ ਉਹ ਧਾਰਨ ਕਰਨੀ ਪੈਂਦੀ ਹੈ। ਅਸੀਂ ਸੰਸਾਰ ਦੇ ਵਿੱਚ ਹਰ ਇੱਕ ਕੰਮ ਲਈ ਕੋਈ ਨਾ ਕੋਈ ਜੁਗਤ ਵਰਤ ਰਹੇ ਹਾਂ। ਪਰ ਯਾਦ ਰੱਖਣਾ, ਭੈੜੀ ਮਤ ਨੂੰ ਤਿਆਗਣ ਦੇ ਲਈ ਅਸੀਂ ਕੋਈ ਜੁਗਤ, ਕੋਈ ਤਰੀਕਾ, ਕੋਈ ਢੰਗ ਜੋ ਸਾਨੂੰ ਅਪਣਾਉਣਾ ਚਾਹੀਦਾ ਹੈ ਉਹ ਨਹੀਂ ਅਪਣਾਉਂਦੇ। ਸਾਡੇ ਘਰ ਧਨ ਨਹੀਂ ਹੈ, ਧਨ ਕਮਾਉਣ ਵਾਸਤੇ ਜੁਗਤ ਵਰਤਦੇ ਹਾਂ। ਸਾਡੇ ਘਰ ਦੇ ਵਿੱਚ ਕੋਈ ਬਿਮਾਰੀ ਹੈ, ਕਿਸੇ ਕੋਲ ਸਵਾਸਥ ਨਹੀਂ ਹੈ, ਅਸੀਂ ਲੱਭਦੇ ਹਾਂ ਕੋਈ ਜੁਗਤ ਕਿ ਸਾਡਾ ਸਾਰਾ ਪਰਿਵਾਰ ਅਰੋਗ ਰਹੇ, ਯਤਨ ਕਰਦੇ ਹਾਂ। ਹਰ ਇੱਕ ਚੀਜ਼ ਨੂੰ ਜੀਵਨ ਦੇ ਵਿੱਚੋਂ ਦੂਰ ਕਰਨ ਵਾਸਤੇ, ਗਰੀਬੀ ਹੈ, ਰੋਗ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਡੇ ਕੋਲ ਨੇ, ਸਾਡੇ ਘਰ ਦਾ ਕਲੇਸ਼ ਹੈ, ਅਸੀਂ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਪੁੱਛਦੇ ਹਾਂ ਵੀ ਸਾਡੇ ਘਰ ਦਾ ਕਲੇਸ਼ ਕਿਵੇਂ ਖਤਮ ਹੋਵੇ। ਲੋਕ ਸਿਆਣਿਆਂ ਦੇ ਕੋਲ ਜਾਂਦੇ ਨੇ, ਹੱਥ ਦੇਖਣ ਵਾਲਾਂ ਦੇ ਕੋਲ ਜਾਂਦੇ ਨੇ, ਹੋਰ ਬੇਅੰਤ ਜੁਗਤੀਆਂ ਕਰਦੇ ਹਨ। ਪਰ ਕੋਈ ਵੀ ਮਨੁੱਖ ਆਪਣੇ ਅੰਦਰ ਜੋ ਭੈੜੀ ਮਤ ਹੈ ਜਾਂ ਖੋਟੀ ਮਤ ਹੈ ਉਸ ਨੂੰ ਦੂਰ ਕਰਨ ਵਾਸਤੇ ਇਹ ਕੋਈ ਜੁਗਤ, ਕੋਈ ਢੰਗ ਤੇ ਤਰੀਕਾ ਨਹੀਂ ਲੱਭਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਅੱਜ ਵਿਚਾਰ ਹੀ ਇੱਥੋਂ ਸ਼ੁਰੂ ਕੀਤੀ। ਆਖਣ ਲੱਗੇ, ਸਾਧੋ ਕੋਨ ਜੁਗਤ ਅਬ ਕੀਜੈ। ਸਾਧੋ ਦਾ ਅਰਥ ਹੁੰਦਾ ਹੈ, ਹੇ ਸੰਤ ਜਨੋ। ਸਾਧੋ ਅਰਥ ਬਣਿਆ ਜਿਹੜੇ ਸਾਧਨਾ ਕਰਨ ਵਾਲੇ ਲੋਕ ਨੇ, ਬੰਦਗੀ ਕਰਨ ਵਾਲੇ ਲੋਕ ਨੇ।
ਉਹਨਾਂ ਨੂੰ ਗੁਰਬਾਣੀ ਦੇ ਵਿੱਚ ਸਾਧੋ ਕਰਕੇ ਸੰਬੋਧਨ ਕੀਤਾ ਗਿਆ। ਇਹਦੇ ਨਾਲ ਦਾ ਦੂਜਾ ਸ਼ਬਦ ਹੈ ਮਾਧੋ। ਮਾਧੋ ਕਿਹਾ ਗਿਆ ਪਰਮਾਤਮਾ ਨੂੰ ਜੋ ਮਾਇਆ ਦਾ ਪਤੀ ਹੈ, ਤੇ ਸਾਧੂ ਕਿਹਾ ਗਿਆ ਜਿਹੜੇ ਸਾਧਨਾ ਕਰਨ ਵਾਲੇ ਲੋਕ ਨੇ, ਜਿਹੜੇ ਸੰਤ ਜਨ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਸਾਧੂ ਕਰਕੇ ਸੰਬੋਧਨ ਕੀਤਾ ਕਿ हे ਸੰਤ ਜਨੋ ਕੌਣ ਜੁਗਤ ਅਬ ਕੀਜੈ। ਹੁਣ ਇਸ ਮਨੁੱਖਾ ਜਨਮ ਵਿੱਚ ਉਹ ਕਿਹੜੀ ਵਿਉਂਤ ਕੀਤੀ ਜਾਏ ਜਿਸ ਵਿਉਂਤ ਦੇ ਸਦਕਾ, ਜੁਗਤ ਦੇ ਸਦਕਾ, ਯਤਨ ਦੇ ਸਦਕਾ, ਢੰਗ ਤੇ ਤੌਰ ਤਰੀਕੇ ਦੇ ਸਦਕਾ ਜਾਤੇ ਦੁਰਮਤ ਸਗਲ ਵਿਨਾਸ਼ ਹੈ। ਜਿਸ ਵਿਉਂਤ ਦੇ ਰਾਹੀਂ, ਜੁਗਤ ਦੇ ਰਾਹੀਂ ਮਨੁੱਖ ਦੇ ਅੰਦਰੋਂ ਸਾਰੀ ਜਿਹੜੀ ਖੋਟੀ ਮਤ ਹੈ ਉਹ ਨਾਸ ਹੋ ਜਾਏ। ਉਹ ਕਿਹੜਾ ਢੰਗ ਅਪਣਾਈਏ, ਕਿਹੜਾ ਤਰੀਕਾ ਅਪਣਾਈਏ ਕਿ ਉਹਦੇ ਜੀਵਨ 'ਚ ਕੋਈ ਖੋਟ ਨਾ ਰਵੇ। ਇਹ ਗੱਲ ਯਾਦ ਰੱਖਣਾ, ਜੇ ਖੋਟੀਆਂ ਚੀਜ਼ਾਂ ਸਾਨੂੰ ਪਸੰਦ ਨਹੀਂ ਤੇ ਜਿਸ ਮਨੁੱਖ ਵਿੱਚ ਖੋਟ ਹੈ ਉਹ ਮਨੁੱਖ ਗੁਰੂ ਨੂੰ ਪਸੰਦ ਨਹੀਂ, ਉਹ ਮਨੁੱਖ ਪਰਮਾਤਮਾ ਨੂੰ ਪਸੰਦ ਨਹੀਂ। ਕਈ ਵਾਰੀ ਦਾਸ ਬੇਨਤੀ ਕਰਦਾ, ਅਧੂਰੀਆਂ ਚੀਜ਼ਾਂ ਤੁਸੀਂ ਪਸੰਦ ਨਹੀਂ ਕਰਦੇ ਤੇ ਜਿਸ ਮਨੁੱਖ ਦਾ ਜੀਵਨ ਅਧੂਰਾ ਹੈ ਉਸਨੂੰ ਮੇਰਾ ਪ੍ਰਭੂ ਪਸੰਦ ਨਹੀਂ ਕਰਦਾ, ਰੱਬ ਪਸੰਦ ਨਹੀਂ ਕਰਦਾ। ਇਸ ਕਰਕੇ ਅਧੂਰੀਆਂ ਚੀਜ਼ਾਂ ਸੰਸਾਰ ਦੇ ਤੌਰ ਤੇ ਵੇਖੀ ਅਸੀਂ ਪੂਰੀਆਂ ਕਰ ਲੈਂਦੇ ਹਾਂ। ਦੁਕਾਨ ਅਧੂਰੀ ਹੈ, ਪੂਰੀ ਕਰ ਲੈਂਦੇ ਹਾਂ। ਮਕਾਨ ਅਧੂਰਾ ਹੈ, ਪੂਰਾ ਕਰ ਲੈਂਦੇ ਹਾਂ। ਕੱਪੜੇ ਅਧੂਰੇ ਨੇ, ਸਿਵਾ ਕੇ ਪੂਰੇ ਕਰ ਲੈਂਦੇ ਹਾਂ। ਰੋਟੀ ਹੈ, ਹਰ ਇੱਕ ਚੀਜ਼ ਹੈ, ਅਸੀਂ ਪੂਰੀ ਕਰ ਲੈਂਦੇ ਹਾਂ। ਕਿਉਂਕਿ ਅਧੂਰੀ ਚੀਜ਼ ਸਾਨੂੰ ਕੋਈ ਵੀ ਹੋਵੇ ਪਸੰਦ ਨਹੀਂ ਆਉਂਦੀ। ਸੰਗੀਤ ਦੀ ਧੁਨ ਅਧੂਰੀ ਹੋਵੇ ਪਸੰਦ ਨਹੀਂ। ਔਰ ਅਸੀਂ ਯਤਨ ਕਰਦੇ ਹਾਂ, ਕੋਈ ਕਵਿਤਾ ਲਿਖ ਰਹੇ ਹਾਂ, ਉਹ ਪੂਰੀ ਹੋਵੇ, ਅਧੂਰੀ ਕਵਿਤਾ ਪਸੰਦ ਨਹੀਂ, ਅਧੂਰਾ ਲੇਖ ਪਸੰਦ ਨਹੀਂ। ਅਧੂਰੀਆਂ ਚੀਜ਼ਾਂ ਸਾਨੂੰ ਪਸੰਦ ਨਹੀਂ, ਅਸੀਂ ਅਧੂਰੀਆਂ ਚੀਜ਼ਾਂ ਨੂੰ ਪੂਰੀਆਂ ਕਰ ਲੈਂਦੇ ਹਾਂ। ਪਰ ਕਈ ਵਾਰੀ ਸੰਸਾਰ ਦੀਆਂ ਚੀਜ਼ਾਂ ਨੂੰ ਪੂਰੀਆਂ ਕਰਦੇ ਕਰਦੇ ਸਾਡਾ ਆਪ ਦਾ ਜੀਵਨ ਅਧੂਰਾ ਰਹਿ ਜਾਂਦਾ ਹੈ, ਅਧੂਰਾ ਰਹਿ ਜਾਂਦਾ ਹੈ। ਤੇ ਜਦੋਂ ਅਧੂਰਾ ਜੀਵਨ ਰਹਿ ਜਾਂਦਾ ਤੇ ਅਧੂਰਾ ਜੀਵਨ ਗੁਰੂ ਨਾਨਕ ਨੂੰ ਪਸੰਦ ਨਹੀਂ ਆਇਆ। ਅਧੂਰਾ ਜੀਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਸੰਦ ਨਹੀਂ ਆਇਆ। ਇੱਥੇ ਉਹੀ ਪ੍ਰਵਾਨ ਹੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਪੂਰਨ ਕੀਤਾ, ਔਰ ਜਿਹੜੇ ਪੂਰਨਤਾ ਦੇ ਵਾਸਤੇ ਚੱਲਣ ਵਾਸਤੇ ਤਿਆਰ ਹੋ ਗਏ, ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣਾ ਆਪਾ ਤੁਹਾਡੇ ਅੱਗੇ ਰੱਖਦੇ ਹਾਂ, ਤੁਸੀਂ ਸਾਡੇ ਉੱਤੇ ਹੁਣ ਕਿਰਪਾ ਕਰੋ, ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਅਸੀਂ ਪੂਰਾ ਹੋਣਾ ਚਾਹੁੰਦੇ ਹਾਂ। ਹੁਣ ਪੂਰਾ ਹੋਣ ਵਾਸਤੇ, ਆਪਣੇ ਆਪ ਨੂੰ ਪੂਰਾ ਕਰਨ ਵਾਸਤੇ ਜਾਂ ਆਪਣੇ ਆਪ ਨੂੰ ਕੰਪਲੀਟ ਕਰਨ ਵਾਸਤੇ ਸਭ ਤੋਂ ਵੱਡੀ ਸਾਡੇ ਜੀਵਨ 'ਚ ਰੁਕਾਵਟ ਹੈ ਖੋਟੀ ਮਤ, ਜੋ ਸਾਨੂੰ ਕਦੇ ਪੂਰਾ ਨਹੀਂ ਹੋਣ ਦਿੰਦੀ। ਇਹ ਯਾਦ ਰੱਖਣਾ ਜੀਵਨ 'ਚ। ਸਾਡੀ ਜਿਹੜੀ ਖੋਟੀ ਮਤ ਹੈ ਨਾ, ਸਾਡੀ ਜਿਹੜੀ ਦੁਰਮਤ ਹੈ, ਭੈੜੀ ਮਤ ਹੈ ਨਾ, ਇਹ ਸਾਨੂੰ ਪੂਰਾ ਨਹੀਂ ਹੋਣ ਦਿੰਦੀ। ਕਿਸੇ ਨਾ ਕਿਸੇ ਪੱਖ ਤੋਂ ਇਹ ਸਾਨੂੰ ਹਮੇਸ਼ਾ ਅਧੂਰਾ ਰੱਖਦੀ ਹੈ। ਇਸ ਕਰਕੇ ਗੁਰਦੇਵ ਪਿਤਾ ਗੁਰੂ ਮਹਾਰਾਜ ਜੀ ਇੱਥੇ ਕਿਰਪਾ ਕਰ ਰਹੇ ਹਨ। ਕਹਿੰਦੇ ਨੇ ਮੈਂ ਉਹ ਕਿਹੜੀ ਜੁਗਤ, ਉਹ ਢੰਗ, ਤਰੀਕਾ ਵਰਤਾਂ ਮਨੁੱਖਾ ਜੀਵਨ ਦੇ ਵਿੱਚ ਜਿਸ ਦੇ ਰਾਹੀਂ ਮੇਰੇ ਅੰਦਰ ਦੀ ਜਾਂ ਮਨੁੱਖ ਦੇ ਅੰਦਰ ਦੀ ਸਾਰੀ ਖੋਟੀ ਮਤ ਜਿਹੜੀ ਹੈ ਉਹ ਦੂਰ ਹੋ ਜਾਏ। ਖੋਟੀ ਮਤ ਦੂਰ ਹੋਵੇਗੀ ਤੇ ਪ੍ਰਾਪਤੀ ਕੀ ਹੋਵੇਗੀ? ਆਖਣ ਲੱਗੇ ਰਾਮ ਭਗਤ ਮਨ ਭੀਜੈ। ਸਤਿਗੁਰ ਆਖਣ ਲੱਗੇ ਮਨੁੱਖ ਦਾ ਮਨ ਪਰਮਾਤਮਾ ਦੀ ਭਗਤੀ ਵਿੱਚ ਰਚ ਮਿਚ ਜਾਵੇਗਾ। ਪਰਮਾਤਮਾ ਦੀ ਭਗਤੀ ਦੇ ਨਾਲ ਮਨ ਭਿੱਜ ਜਾਵੇਗਾ। ਮਨ ਭਿੱਜਿਆ ਹੋਇਆ ਕੋਈ ਸ਼ੱਕ ਨਹੀਂ, ਪਰ ਦੁਰਮਤ ਦੇ ਵਿੱਚ, ਔਗੁਣਾਂ ਦੇ ਵਿੱਚ, ਵਿਕਾਰਾਂ ਦੇ ਵਿੱਚ। ਤੇ ਗੁਰਦੇਵ ਪਿਤਾ ਕਹਿੰਦੇ ਇਹ ਭਗਤੀ ਵਿੱਚ ਵੀ ਰਚ ਮਿਚ ਸਕਦਾ ਹੈ। ਜਦੋਂ ਤੇਰੇ ਅੰਦਰੋਂ ਦੁਰਮਤ ਖਤਮ ਹੋ ਗਈ, ਭੈੜੀ ਮਤ ਜੀਵਨ ਚੋਂ ਚਲੀ ਗਈ, ਫਿਰ ਤੇਰਾ ਜਿਹੜਾ ਇਹ ਮਨ ਹੈ ਨਾ, ਸਤਿਗੁਰ ਆਖਣ ਲੱਗੇ ਸੱਚ ਜਾਣੀ, ਇਹ ਪਰਮਾਤਮਾ ਦੀ ਭਗਤੀ ਵਿੱਚ ਰਚ ਮਿਚ ਜਾਏਗਾ। ਪਰਮਾਤਮਾ ਦੀ ਭਗਤੀ ਦੇ ਨਾਲ ਇਹ ਭਿੱਜ ਜਾਏਗਾ। ਅਸਲ ਵਿੱਚ ਇਸ ਮਨ ਨੂੰ ਵਾਹਿਗੁਰੂ ਜੀ ਦੀ ਭਗਤੀ ਦੇ ਨਾਲ ਪਿਉ ਦੇਣਾ ਹੈ। ਜਦ ਤੱਕ ਇਹ ਭਗਤੀ ਵਿੱਚ ਭਿੱਜਦਾ ਨਹੀਂ, ਰਚ ਮਿਚ ਨਹੀਂ ਜਾਂਦਾ, ਇੱਕ ਮਿਕ ਨਹੀਂ ਹੋ ਜਾਂਦਾ,
ਉਦੋਂ ਤੱਕ ਇਸ ਮਨ ਦੀ ਮੰਜ਼ਿਲ ਪੂਰੀ ਨਹੀਂ ਹੁੰਦੀ। ਜਿਸ ਤਰ੍ਹਾਂ ਦਾਸ ਆਖ ਲਵੇ, ਮਨ ਦਾ ਪੂਰਨ ਤੋੜ ਤੋਂ ਚਲਾਕੀਆਂ, ਚਤਰਾਈਆਂ, ਸਿਆਣਪਾ, ਆਪਣੇ ਗਿਆਨ, ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਣੇ ਮਨ ਨੂੰ ਪਰਮਾਤਮਾ ਦੀ ਭਗਤੀ ਵਿੱਚ ਜੋੜ ਲੈਣਾ, ਇਹੀ ਸਾਡੇ ਮਨ ਦੀ ਮੰਜ਼ਿਲ ਹੈ। ਇਸ ਤੋਂ ਅੱਗੇ ਹੋਰ ਕੋਈ ਮੰਜ਼ਿਲ ਨਹੀਂ। ਔਰ ਮਨ ਕਪਟ ਨਾਲ ਭਰਿਆ, ਛਲ ਨਾਲ ਭਰਿਆ, ਚਲਾਕੀਆਂ ਨਾਲ ਭਰਿਆ, ਸਿਆਣਪਾਂ ਨਾਲ ਭਰਿਆ। ਇਸ ਕਰਕੇ ਇਸ ਮਨ ਵਿੱਚ ਪਰਮਾਤਮਾ ਦੀ ਭਗਤੀ ਟਿਕਦੀ ਨਹੀਂ। ਵਾਹਿਗੁਰੂ ਦਾ ਨਾਮ ਟਿਕਦਾ ਨਹੀਂ ਮਨ ਦੇ ਅੰਦਰ, ਕਿਉਂਕਿ ਇਹ ਜਿਹੜੀ ਭੈੜੀ ਮੱਤ ਹੈ ਨਾ, ਸਾਡੀ ਖੋਟੀ ਮੱਤ ਹੈ, ਇਹ ਅਸੀਂ ਛੱਡਣ ਨੂੰ ਤਿਆਰ ਨਹੀਂ। ਔਰ ਇਹ ਇੱਛਾ ਰੱਖਦੇ ਹਾਂ ਕਿ ਸਾਡਾ ਮਨ ਪਰਮਾਤਮਾ ਦੀ ਭਗਤੀ ਦੇ ਨਾਲ ਰਚ ਮਿਚ ਜਾਏ, ਪਰਮਾਤਮਾ ਦੀ ਭਗਤੀ ਦੇ ਨਾਲ ਭਿੱਜ ਜਾਏ, ਤੇ ਇਹ ਹੋ ਨਹੀਂ ਪਾਉਂਦਾ। ਇਹ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਕਿ ਬਰਸਾਤ ਹੋ ਰਹੀ ਹੋਵੇ ਤੇ ਕਿਸੇ ਨੇ ਘੜੇ ਨੂੰ ਮੁੱਦਾ ਮਾਰਿਆ ਹੋਵੇ, ਕੁਛ ਨਹੀਂ ਪੈਣਾ ਉਸਦੇ ਵਿੱਚ। ਜਿਤਨਾ ਮਰਜੀ ਕਥਾ, ਕੀਰਤਨ, ਪਾਠ, ਪੂਜਾ ਦੇ ਪ੍ਰਵਾਹ ਚੱਲਣ, ਪਰ ਮਨੁੱਖ ਦਾ ਮਨ ਨਹੀਂ ਭਿੱਜਦਾ। ਉਸਦਾ ਇੱਕੋ ਹੀ ਕਾਰਨ ਹੈ ਕਿ ਇਸ ਨੇ ਆਪਣੇ ਭਾਂਡੇ ਨੂੰ ਮੁੱਦਾ ਮਾਰਿਆ ਹੋਇਆ, ਆਪਣੀ ਮੱਤ ਦੇ ਭਾਂਡੇ ਨੂੰ ਸਿੱਧਾ ਨਹੀਂ ਕਰਦਾ। ਅੱਗੇ ਗੁਰੂ ਸਾਹਿਬ ਸਮਝਾਉਣ ਲੱਗੇ, ਮਨ ਮਾਇਆ ਮਹਿ ਉਰਝ ਰਹਿਓ ਹੈ, ਬੁਝੈ ਨਹ ਕਛ ਗਿਆਨਾ। ਆਖਣ ਲੱਗੇ, ਹੇ ਸੰਤ ਜਨੋ, ਆਮ ਤੌਰ ਤੇ ਮਨੁੱਖ ਦਾ ਮਨ ਮਾਇਆ ਦੇ ਮੋਹ ਵਿੱਚ ਉਲਝਿਆ ਰਹਿੰਦਾ ਹੈ, ਆਮ ਤੌਰ ਤੇ। ਔਰ ਤਕਰੀਬਨ ਸਾਰਿਆਂ ਦਾ ਮਨ, ਉਹ ਕੋਈ ਵਿਰਲੇ ਨੇ। ਮਾਰਕ ਨੇ ਜਨ ਨਾਨਕ ਕੋਟਨ ਮੈਂ ਕਹੂ, ਨਾਰਾਇਣ ਜਿਹ ਚੀਤ ਕਰੋੜਾਂ ਵਿੱਚ ਕੋਈ ਇੱਕ ਅੱਧਾ। ਬੜਾ ਮੁਸ਼ਕਿਲ ਕੰਮ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਚੰਦਨ ਰੁੱਖ ਨਾ ਬਨ ਬਨ, ਸਾਧ ਨਾ ਪੁਰ ਪੁਰ ਮਾਹੇ। ਚੰਦਨ ਦਾ ਰੁੱਖ ਹਰ ਇੱਕ ਜੰਗਲ 'ਚ ਨਹੀਂ ਹੁੰਦਾ, ਤੇ ਹਰ ਇੱਕ ਨਗਰ 'ਚ ਸਾਧ ਤੇ ਸੰਤ ਨਹੀਂ ਹੁੰਦਾ। ਹਰ ਇੱਕ ਮਨੁੱਖ ਦਾ ਮਨ ਮਾਇਆ ਦੇ ਵਿੱਚ ਉਲਝਿਆ ਹੋਇਆ ਹੈ। ਇਸ ਕਰਕੇ ਗੁਰੂ ਸਾਹਿਬ ਨੂੰ ਆਖਣਾ ਪਿਆ, ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਵਿਦ ਸਗਲੋ ਧੰਦਾ। ਭਾਵੇਂ ਕੋਈ ਗਿਆਨ ਦੀ ਗੱਲਾਂ ਕਰ ਰਿਹਾ, ਧਿਆਨ ਦੀ ਗੱਲਾਂ ਕਰ ਰਿਹਾ, ਉਪਦੇਸ਼ ਕਰ ਰਿਹਾ, ਪਰ ਗੁਰੂ ਸਾਹਿਬ ਬੜੇ ਸਖਤ ਬੋਲ ਬੋਲਦੇ ਨੇ। ਕਹਿੰਦੇ, ਦੇਖ ਇਹ ਸਭ ਤੂੰ ਧੰਦਾ ਹੀ ਚਲਾ ਰਿਹਾ, ਧਰਮ ਨਹੀਂ ਹੈ। ਕਈ ਵਾਰੀ ਇਹ ਗੱਲਾਂ ਮਨੁੱਖ ਸੁਣਦਾ ਹੈ, ਮਨੁੱਖ ਦੇ ਹਿਰਦੇ ਨੂੰ ਬਲੂੰਦੀਆਂ ਨੇ, ਚੁਭਦੀਆਂ ਨੇ, ਪਰ ਇਹ ਅਟਲ ਸੱਚਾਈ ਹੈ, ਕੋਈ ਅਣਕਥਨੀ ਨਹੀਂ ਹੈ। ਕਿਉਂਕਿ ਬਹੁਤਾਤ ਲੋਕਾਂ ਦਾ ਜਿਹੜਾ ਮਨ ਹੈ ਨਾ, ਉਹ ਮਨ ਮਾਇਆ ਮੈਂ ਫਦਰਿਓ ਵਿਸਰਿਓ ਗੋਬਿੰਦ ਨਾਮ। ਮਨ ਮਾਇਆ ਵਿੱਚ ਫਸਿਆ ਹੋਇਆ, ਗੋਬਿੰਦ ਦਾ ਨਾਮ ਭੁੱਲਿਆ ਹੋਇਆ ਰੱਬ ਦਾ ਨਾਮ। ਭਾਵੇਂ ਕਈ ਵਾਰੀ ਕਹਿੰਦਾ ਮੈਂ ਮਾਇਆ ਤੋਂ ਨਿਰਲੇਪ ਹਾਂ, ਮਾਇਆ ਨਾਲ ਮੇਰਾ ਕੋਈ ਸੰਬੰਧ ਨਹੀਂ, ਪਰ ਸੱਚ ਇਹ ਹੈ ਕਿ ਇਹ ਮਨ ਮਾਇਆ ਦੀਆਂ ਹੀ ਗਿਣਤੀਆਂ ਮਿੰਟਾਂ 'ਚ ਲੱਗਿਆ ਰਹਿੰਦਾ ਹੈ। ਇਸ ਕਰਕੇ ਸਤਿਗੁਰ ਇੱਥੇ ਆਖਣ ਲੱਗੇ, ਮਨ ਮਾਇਆ ਮੈਂ ਉਲਝ ਰਹਿਓ ਹੈ। ਮਨ ਮਾਇਆ ਦੇ ਵਿੱਚ ਉਲਝਿਆ ਰਹਿੰਦਾ ਹੈ। ਬੁਝੈ ਨਹਿ ਕਛ ਗਿਆਨਾ। ਤੇ ਸਤਿਗੁਰ ਜੀ ਆਖਣ ਲੱਗੇ, ਮਨੁੱਖ ਰੱਤਾ ਭਰ ਵੀ ਸਿਆਣਪ ਦੀ ਗੱਲ ਨਹੀਂ ਵਿਚਾਰਦਾ, ਬੁਝਦਾ ਨਹੀਂ ਹੈ। ਰੱਤਾ ਭਰ ਵੀ। ਤੇ ਆਖਣ ਲੱਗੇ, ਕੌਣ ਨਾਮ ਜਗ ਜਾਕੈ ਸਿਮਰੈ, ਪਾਵੈ ਪਦ ਨਿਰਵਾਨਾ। ਸਾਹਿਬ ਜੀ ਇੱਥੇ ਸਮਝਾਉਣ ਲੱਗੇ, ਕਹਿੰਦੇ ਨੇ, ਕਿਹੜਾ ਨਾਮ ਜਿਸ ਦਾ ਸਿਮਰਨ ਕਰਨ ਦੇ ਨਾਲ ਜਗਤ ਵਾਸਨਾ ਰਹਿਤ ਆਤਮਿਕ ਜੀਵਨ ਉੱਚਾ ਪਦ ਹਾਸਲ ਕਰ ਲੈਂਦਾ ਹੈ, ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ, ਉਹ ਕਿਹੜਾ ਨਾਮ ਹੈ? ਇਹ ਬੁਝਦਾ ਹੀ ਨਹੀਂ ਕਦੇ। ਕਿਸ ਨਾਮ ਤੋਂ ਉੱਚਾ ਪਦ ਹਾਸਲ ਹੋਣਾ ਹੈ, ਕਿਸ ਨਾਮ ਤੋਂ ਉੱਚੀ ਅਵਸਥਾ ਮਿਲਣੀ ਹੈ, ਉਹ ਕਿਹੜਾ ਨਾਮ ਹੈ? ਗੁਰਬਾਣੀ ਨੂੰ ਪੁੱਛਾਂਗੇ ਨਾ, ਤੇ ਸਤਿਗੁਰ ਸਾਨੂੰ ਇੱਕ ਗੱਲ ਦੱਸਦੇ ਨੇ ਕਿ ਨਾਮ ਹੀ ਹੈ ਜਿਹੜਾ ਕਿ ਨੀਵੇਂ ਨੂੰ ਉੱਚਾ ਕਰ ਸਕਦਾ ਹੈ।
ਜਿਹਨੂੰ ਮਾਰ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਕੁੰਟ ਮਾਨੈ। ਭਗਤ ਰਵਿਦਾਸ ਜੀ ਆਖਦੇ ਨੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ, ਨੀਚਾਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਉਹ ਜਿਹੜਾ ਨਾਮ ਹੈ ਬੰਦੇ ਨੂੰ ਪਤਾ ਨਹੀਂ ਵੀ ਉਹ ਕਿਹੜਾ ਨਾਮ ਹੈ, ਉਹ ਕਿਹੜਾ ਗੋਬਿੰਦ ਹੈ, ਕਿਹੜੀ ਗੱਲ ਚੱਲ ਰਹੀ ਹੈ, ਕਿਹੜੇ ਗੋਬਿੰਦ ਦੀ ਗੱਲ ਚੱਲ ਰਹੀ ਹੈ, ਕਿਹੜੇ ਰੱਬ ਦੀ ਗੱਲ ਚੱਲ ਰਹੀ ਹੈ। ਮਹਾਰਾਜ ਕਹਿੰਦੇ ਇਹ ਕੁਛ ਵੀ ਬੁੱਝਦਾ ਨਹੀਂ ਮਨੁੱਖ, ਇਹ ਮਨੁੱਖੀ ਹਾਲਤ ਹੈ। ਸਤਿਗੁਰ ਕਹਿੰਦੇ ਨੇ, ਕਹਿੰਦੇ ਇਹ ਉਸ ਨਾਮ ਨੂੰ ਜਿਹਦੇ ਸਿਮਰਨ ਕਰਨ ਦੇ ਨਾਲ ਸਾਨੂੰ ਉੱਚੀ ਆਤਮਿਕ ਅਵਸਥਾ ਮਿਲਦੀ ਹੈ, ਉਸਨੂੰ ਕਦੀ ਬੁੱਝਦਾ ਨਹੀਂ ਹੈ, ਸਮਝਦਾ ਨਹੀਂ ਹੈ। ਨਾਮ ਹੀ ਹੈ ਜਿਹੜਾ ਸਾਨੂੰ ਉੱਚਾ ਜੀਵਨ ਦੇ ਸਕਦਾ ਹੈ, ਉੱਚੀ ਆਤਮਿਕ ਅਵਸਥਾ ਸਾਨੂੰ ਮਿਲ ਸਕਦੀ ਹੈ ਨਾਮ ਦੇ ਆਸਰੇ ਤੇ। ਪਰ ਉਸ ਨਾਮ ਨੂੰ ਮਹਾਰਾਜ ਕਹਿੰਦੇ ਇਹ ਮਨੁੱਖੀ ਹਾਲਤ ਹੈ ਕਿ ਇਹ ਕਦੀ ਬੁੱਝਦਾ ਨਹੀਂ, ਵਿਚਾਰਦਾ ਨਹੀਂ, ਇਸ ਦੀ ਗੱਲ ਨੂੰ ਸਮਝਦਾ ਨਹੀਂ, ਇਸ ਸਿਆਣਪ ਨੂੰ ਕਦੀ ਆਪਣੇ ਹਿਰਦੇ ਵਿੱਚ ਮਾਣਨ ਦਾ ਯਤਨ ਨਹੀਂ ਕਰਦਾ। ਫਿਰ ਗੁਰੂ ਮਹਾਰਾਜ ਆਖਣ ਲੱਗੇ, ਭਏ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ। ਆਖਣ ਲੱਗੇ ਹੇ ਭਾਈ, ਜਦੋਂ ਸੰਤ ਜਨ ਕਿਸੇ ਭਾਗਾਂ ਵਾਲੇ ਤੇ ਦਇਆਵਾਨ ਹੁੰਦੇ ਨੇ, ਰੱਬ ਦੇ ਪਿਆਰੇ ਜਦੋਂ ਕਿਸੇ ਦੇ ਉੱਤੇ ਦਇਆ ਕਰਦੇ ਨੇ, ਤਾਂ ਸੱਚ ਜਾਣਨਾ ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਤੇ ਉਹ ਉਸ ਮਨੁੱਖ ਨੂੰ ਇਹ ਗੱਲ ਦੱਸਦੇ ਹਨ ਕਿ ਕਿਹਦੀ ਤੈਨੂੰ ਸਿਫਤ ਸਲਾਹ ਕਰਨੀ ਹੈ। ਇਹ ਗੱਲ ਯਾਦ ਰੱਖਣਾ, ਰੱਬ ਦੇ ਪਿਆਰੇ ਜਦੋਂ ਕਿਰਪਾ ਦੇ ਘਰ 'ਚ ਆਣ, ਦਇਆ ਕਰਨ, ਤੇ ਜਿਹਦੇ ਉੱਤੇ ਦਇਆ ਕਰਦੇ ਨੇ ਉਹਨੂੰ ਮਾਇਆ ਦੀ ਗੱਲਾਂ ਨਹੀਂ, ਨਾਮ ਦੀਆਂ ਗੱਲਾਂ ਦੱਸਦੇ, ਨਾਮ ਬਾਰੇ ਸਮਝਾਉਂਦੇ ਨੇ। ਕਿਉਂਕਿ ਇੱਕ ਨਾਮ ਹੀ ਹੈ ਪਰਮਾਤਮਾ ਦਾ ਜਿਹੜਾ ਸਾਡੀ ਸਾਰੀ ਖੋਟੀ ਮਤ ਨੂੰ ਨਾਸ਼ ਕਰ ਸਕਦਾ ਹੈ। ਔਰ ਨਾਮ ਤਾਂ ਸਾਨੂੰ ਕਿਨਕਾ ਮਾਤਰ ਵੀ ਪ੍ਰਾਪਤ ਹੋ ਜਾਏ ਨਾ, ਤੇ ਇਸ ਤਰ੍ਹਾਂ ਹੀ ਹੈ ਜਿਵੇਂ ਕਿ ਢੇਰ ਸਾਰੀਆਂ ਲੱਕੜਾਂ ਦਾ ਢੇਰ ਲੱਗਿਆ ਹੋਵੇ ਨਾ, ਬਹੁਤ ਸਾਰੀਆਂ ਲੱਕੜਾਂ ਦਾ ਢੇਰ ਲੱਗਿਆ ਹੋਵੇ, ਉਸ ਨੂੰ ਸਾੜਨ ਵਾਸਤੇ ਇੱਕ ਛੋਟੀ ਜਿਹੀ ਚਿੰਗਾਰੀ ਚਾਹੀਦੀ ਹੁੰਦੀ ਹੈ। ਸਾਡੇ ਅੰਦਰ ਪਾਪਾਂ ਦਾ ਢੇਰ ਲੱਗਿਆ ਹੋਵੇ, ਉਹਨਾਂ ਪਾਪਾਂ ਨੂੰ ਸਾੜਨ ਵਾਸਤੇ, ਨਾਸ਼ ਕਰਨ ਵਾਸਤੇ ਸਾਨੂੰ ਕੇਵਲ ਨਾਮ ਦੀ ਚਿੰਗਾਰੀ ਚਾਹੀਦੀ ਹੈ। ਥੋੜਾ ਜਿਹਾ ਵੀ ਨਾਮ ਮਿਲ ਗਿਆ, ਕਿਣਕਾ ਮਾਤਰ ਵੀ ਅੰਦਰ ਬਸ ਗਿਆ, ਉਸਨੂੰ ਮਨ ਕਿਹਾ ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਕਣੀ ਨਾ ਆਵੇ। ਕਿਣਕਾ ਨਾਮ ਚ ਐਡੀ ਤਾਕਤ ਹੈ। ਜਿਵੇਂ ਜਿਤਨੀਆਂ ਲੱਕੜਾਂ ਨੇ ਉਤਨੀ ਅੱਗ ਦੀ ਲੋੜ ਨਹੀਂ ਸਾੜਨ ਨੂੰ ਪੈਂਦੀ, ਨਹੀਂ ਪੈਂਦੀ ਲੋੜ, ਜਿੰਨਾ ਮਰਜੀ ਵੱਡਾ ਢੇਰ ਹੋਵੇ, ਅੱਗ ਸਿਰਫ ਇੱਕ ਚਿੰਗਾਰੀ ਚਾਹੀਦੀ ਹੈ। ਵੱਡੇ ਤੋਂ ਵੱਡਾ ਢੇਰ ਸੜ ਕੇ ਸੁਆਹ ਹੋ ਜਾਂਦਾ ਹੈ, ਵੱਡੇ ਵੱਡੇ ਜੰਗਲ ਸੜ ਕੇ ਸੁਆਹ ਹੋ ਜਾਂਦੇ ਨੇ। ਜਿਤਨੇ ਸਾਡੇ ਪਾਪ ਨੇ ਉਤਨੇ ਨਾਮ ਦੀ ਲੋੜ ਨਹੀਂ। ਨਾਮ ਦਾ ਤਾਂ ਇੱਕ ਕਿਣਕਾ ਮਾਤਰ ਸਾਡੇ ਹਿਰਦੇ 'ਚ ਵਸ ਗਿਆ ਤੇ ਯਾਦ ਰੱਖਣਾ ਸਾਡਾ ਜੀਵਨ ਜਿਹੜਾ ਉਹ ਤਬਦੀਲ ਹੋ ਜਾਂਦਾ ਹੈ। ਇਸ ਕਰਕੇ ਸਾਹਿਬ ਜੀ ਸਾਨੂੰ ਸਮਝਾਉਣਾ ਚਾਹੁੰਦੇ ਨੇ ਔਰ ਇੱਥੇ ਆਖ ਰਹੇ ਨੇ, ਭਏ ਦਿਆਲ ਕਿਰਪਾਲ ਸੰਤ ਜਨ। ਜਦੋਂ ਸੰਤ ਜਨ ਕਿਸੇ ਭਾਗਾਂ ਵਾਲੇ ਮਨੁੱਖ ਦੇ ਉੱਤੇ ਦਇਆਵਾਨ ਹੁੰਦੇ ਨੇ, ਕਿਰਪਾਲੂ ਹੁੰਦੇ ਨੇ, ਤਬ ਇਹ ਬਾਤ ਬਤਾਈ, ਤਦੋਂ ਉਹ ਮਨੁੱਖ ਨੂੰ ਇਹ ਗੱਲ ਦੱਸਦੇ ਹਨ। ਕਿਹੜੀ ਗੱਲ? ਸਰਬ ਧਰਮ ਮਾਨੋ ਤੇ ਕੀਏ, ਜਿਹ ਪ੍ਰਭ ਕੀਰਤ ਗਾਈ। ਇਹ ਗੱਲ ਉਹਨਾਂ ਨੂੰ ਦੱਸਦੇ ਨੇ ਕਿ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ, ਮੰਨ ਲਵੋ ਕਿ ਉਸਨੇ ਸਾਰੇ ਹੀ ਧਾਰਮਿਕ ਕਰਮ ਕਰ ਲਏ ਹਨ ਜਿਨ੍ਹਾਂ ਨੇ ਕੀਰਤੀ ਗਾਈ। ਇਹ ਗੱਲ ਜੀਵਨ 'ਚ ਯਾਦ ਰੱਖਣਾ, ਕੀਰਤੀ ਤੋਂ ਵੱਡਾ ਕੋਈ ਧਰਮ ਨਹੀਂ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ, ਇਸ ਤੋਂ ਉੱਪਰ ਹੋਰ ਕੋਈ ਧਰਮ ਨਹੀਂ। ਅਸਲ ਧਰਮ ਇਹੀ ਹੈ, ਹਰੀ ਦਾ ਨਾਮ ਜਪਣਾ ਤੇ ਜੀਵਨ ਵਿੱਚ ਨਿਰਮਲ ਕਰਮ ਕਰਨੇ।
ਉਹ ਕਰਮ ਜਿਨ੍ਹਾਂ 'ਚ ਕੋਈ ਛਲ, ਜਿਨ੍ਹਾਂ 'ਚ ਕੋਈ ਕਪਟ ਨਾ ਹੋਵੇ, ਜਿਨ੍ਹਾਂ 'ਚ ਕੋਈ ਸਿਆਣਪ ਤੇ ਚਤੁਰਾਈ ਨਾ ਹੋਵੇ। ਜਿਨ੍ਹਾਂ ਕਰਮਾਂ ਦੇ ਨਾਲ ਕਿਸੇ ਦਾ ਬੁਰਾ ਨਾ ਹੋਵੇ। ਨਿਰਮਲ ਕਰਮ ਤੁਸੀਂ ਕਰੋਗੇ, ਤੁਸੀਂ ਕਦੀ ਕਿਸੇ ਦਾ ਬੁਰਾ ਨਹੀਂ ਕਰ ਸਕਦੇ। ਪਰ ਨਿਰਮਲ ਕਰਮ ਉਦੋਂ ਆਰੰਭ ਹੋਣਗੇ ਜਦੋਂ ਹਰੀ ਦਾ ਨਾਮ ਜਪਾਂਗੇ। ਇਸ ਕਰਕੇ ਪਹਿਲੀ ਗੱਲ, ਹਰ ਕੋ ਨਾਮ ਜਪ ਕਿਹਾ ਸਤਿਗੁਰ ਨੇ। ਫਿਰ ਦੂਜੇ ਨੰਬਰ ਤੇ ਕਿਹਾ ਨਿਰਮਲ ਕਰਮ, ਹਰੀ ਦਾ ਨਾਮ ਜਪ ਤੇ ਨਿਰਮਲ ਕਰਮ ਕਰ। ਕਿਉਂਕਿ ਜਪ ਜਪ ਕੇ ਸੋਝੀ ਆਉਣੀ ਹੈ ਕਿ ਨਿਰਮਲ ਕਰਮ ਕਿਉਂ ਕਰਨੇ ਨੇ। ਬਿਨਾਂ ਜਪੇ ਸੋਝੀ ਨਹੀਂ ਆਉਣੀ। ਬਾਣੀ ਪੜ੍ਹ ਕੇ ਇਹ ਗਿਆਨ ਹੋਣਾ ਕਿ ਨਿਰਮਲ ਕਰਮ ਜ਼ਿੰਦਗੀ 'ਚ ਕਿਤਨੇ ਜ਼ਰੂਰੀ ਨੇ। ਅਸਲ ਵਿੱਚ ਮਨੁੱਖ ਦੋ ਚਿੱਤੇ 'ਚ ਜਿਉਂਦਾ ਹੈ। ਇੱਕ ਪਾਸੇ ਮਾਲਾ ਫੜ ਕੇ ਵੀ ਬੈਠਾ ਹੋਵੇਗਾ, ਦਿਮਾਗ 'ਚ ਠੱਗੀ ਠੋਰੀ ਚੱਲ ਰਹੀ ਹੋਏਗੀ, ਲੱਤਾਂ ਵੀ ਖਿੱਚ ਰਿਹਾ ਹੋਏਗਾ ਦੂਜੇ ਦਾ ਬੁਰਾ ਵੀ ਸੋਚ ਰਿਹਾ ਹੋਏਗਾ। ਫਿਰ ਉਸ ਮਾਲਾ ਨੂੰ ਗੁਰੂ ਨਾਨਕ ਦੇ ਘਰ ਨੇ ਪ੍ਰਵਾਨ ਨਹੀਂ ਕੀਤਾ। ਤੇਰੀ ਮਾਲਾ ਇਹ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਰਸਨਾ ਦੇ ਉੱਤੇ ਪਰਮਾਤਮਾ ਦਾ ਨਾਮ ਹੋਣਾ, ਇਹ ਸਾਡੀ ਸਿਮਰਨੀ ਹੋਵੇ। ਰਸਨਾ ਤੇ ਨਾਮ ਦਾ ਅਰਥ ਹੈ ਕਿ ਹਰ ਵੇਲੇ ਤੈਨੂੰ ਉਹ ਸੱਚ ਚੇਤੇ ਹੋਵੇ ਕਿ ਉਹਦੀ ਦਰਗਾਹ ਵਿੱਚ ਜਾ ਕੇ ਮੈਂ ਲੇਖਾ ਜੋਖਾ ਦੇਣਾ। ਉਹਦਾ ਤੇਰੇ ਅੰਦਰ ਡਰ ਹੋਣਾ ਚਾਹੀਦਾ। ਉਸ ਰੱਬ ਨੂੰ ਮੂੰਹ ਦਿਖਾਣਾ ਜਾ ਕੇ। ਸਿਆਣੇ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਰੱਬ ਨੂੰ ਮੂੰਹ ਦਿਖਾਣਾ ਭਾਈ ਉਹ ਕੰਮ ਨਹੀਂ ਕਰਨੇ ਜਿਹਦੇ ਨਾਲ ਰੱਬ ਦੀ ਦਰਗਾਹ ਦੇ ਵਿੱਚ ਅਸੀਂ ਬੇਇੱਜ਼ਤ ਹੋਈਏ। ਇਹ ਆਮ ਗੱਲ ਸੀ ਪਿੰਡਾਂ ਦੇ ਵਿੱਚ, ਆਮ ਕਹਿਣਾ ਵੀ ਰੱਬ ਨੂੰ ਮੂੰਹ ਦਿਖਾਉਣਾ ਜਾ ਕੇ। ਭਾਵੇਂ ਬਹੁਤਾਤ ਦੇ ਵਿੱਚ ਜਿਹੜੇ ਅੱਖਰ ਬੋਲੇ ਜਾਂਦੇ ਨੇ, ਹੌਲੀ ਹੌਲੀ ਕੇਵਲ ਉਹ ਕਰਮ ਕਾਂਡ ਰਹਿ ਜਾਂਦਾ। ਸਿਰਫ ਅੱਖਰਾਂ ਤੱਕ ਗੱਲ ਰਹਿ ਜਾਂਦੀ। ਜਿਵੇਂ ਆਮ ਬੰਦਾ ਪੁੱਛੋ ਕੀ ਹਾਲ ਹੈ, ਕਹਿੰਦਾ ਚੜ੍ਹਦੀ ਕਲਾ। ਮੱਥੇ ਤੇ ਤਮਾਮ ਤੂੜੀਆਂ ਪਈਆਂ ਨੇ, ਦੁਖੀ ਹੈ, ਫਿਰ ਕਹਿ ਰਿਹਾ ਬੜੀ ਚੜ੍ਹਦੀ ਕਲਾ ਜੀ। ਦੁੱਖਾਂ ਦੇ ਨਾਲ ਬੰਦਾ ਭਰਿਆ, ਕੀ ਹਾਲ ਹੈ ਜੀ, ਬੜੇ ਸੁੱਖ ਨੇ, ਬੜਾ ਆਨੰਦ ਹੈ। ਆਨੰਦ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ ਤੇਰੇ ਕੋਲ। ਲਫ਼ਜ਼ ਹੈਗੇ ਨੇ ਪਰ ਸਿਰਫ ਅੱਖਰਾਂ ਤੱਕ, ਜ਼ਮਾਨ ਤੱਕ, ਹਿਰਦੇ 'ਚ ਨਹੀਂ ਉਤਰ ਰਹੇ। ਚੜ੍ਹਦੀ ਕਲਾ ਅੰਦਰੋਂ ਨਹੀਂ ਹੈ। ਗੁਸਤਾਖੀ ਮਾਫ਼ ਕਰਨਾ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਕਿ ਹੇ ਭਾਈ, ਜਦੋਂ ਸੰਤ ਜਨ ਰੱਬ ਦੇ ਪਿਆਰੇ ਕਿਸੇ ਭਾਗਾਂ ਵਾਲੇ ਮਨੁੱਖ ਦੇ ਉੱਤੇ ਤਰਸ ਕਰਦੇ, ਔਰ ਜਿਹਦੇ ਉੱਤੇ ਸਮਝ ਲਓ ਕਿ ਰੱਬ ਦੇ ਪਿਆਰੇ ਤਰਸ ਕਰਨਾ, ਉਹ ਜ਼ਰੂਰ ਭਾਗਾਂ ਵਾਲਾ ਮਨੁੱਖ ਹੋਏਗਾ। ਦਾਸ ਦਾ ਬਹੁਤ ਸੰਬੰਧ ਬਣਿਆ ਬਹੁਤ ਲੋਕਾਂ ਦੇ ਨਾਲ, ਔਰ ਬੜੀ ਬੜੀ ਹਸਤੀਆਂ ਜ਼ਿੰਦਗੀ ਦੇ ਵਿੱਚ ਵਾਕਈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਇਸ ਰੂਹਾਨੀ ਗਿਆਨ ਦਾ ਪਾਂਧੀ ਬਣਾਇਆ। ਇਹਨਾਂ ਨੇ ਸੰਸਾਰ ਦੇ ਤਮਾਮ ਲਾਲਚ ਤਿਆਗ ਕੇ ਸੱਚ ਨੂੰ ਜੀਵਨ ਦਾ ਆਧਾਰ ਬਣਾਇਆ। ਉਹਨਾਂ ਦੇ ਨਾਲ ਬਾਹ ਪਿਆ, ਮੇਲ ਮਿਲਾਪ ਹੋਏ। ਜਿਹੜੇ ਕਿਸੇ ਨੂੰ ਇੱਕ ਅੱਖਰ ਨਹੀਂ ਸੀ ਬੋਲਦੇ, ਪਰ ਜਦੋਂ ਉਹ ਪਿਆਰ ਦੇ ਵਿੱਚ ਆਏ ਤੇ ਉਹਨਾਂ ਨੇ ਉਹ ਰਾਜ ਦੱਸੇ ਜੀਵਨ ਦੇ, ਉਹਨਾਂ ਦੀ ਗੱਲਾਂ ਸੁਣ ਕੇ ਮਨ ਆਨੰਦ ਵਿੱਚ ਆ ਗਿਆ। ਵਾਹ! ਲੋਕ ਕਹਿੰਦੇ ਨੇ ਇਹ ਕੁਝ ਦੱਸਦੇ ਨਹੀਂ ਹਨ, ਲੋਕ ਕਹਿੰਦੇ ਇਹ ਬੋਲਦੇ ਨਹੀਂ ਕਿਸੇ ਨਾਲ, ਪਰ ਇਹ ਸੱਚ ਹੈ ਕਿ ਉਹ ਸਾਰਿਆਂ ਨਾਲ ਨਹੀਂ ਬੋਲਦੇ, ਉਹ ਸਾਰਿਆਂ ਨਾਲ ਗੱਲਾਂ ਨਹੀਂ ਕਰਦੇ। ਉਹ ਕਿਸੇ ਕਿਸੇ ਦੇ ਉੱਤੇ, ਕਿਉਂਕਿ ਜਿਹਦੇ ਭਾਗ ਚੰਗੇ ਨੇ ਸਮਝ ਲਓ ਉਸ ਦੇ ਉੱਤੇ ਉਹ ਤਰਸ ਕਰਦੇ ਆ। ਕਈ ਵਾਰੀ ਜੀਵਨ 'ਚ ਯਾਦ ਰੱਖਣਾ, ਸਾਨੂੰ ਕੋਈ ਕਮਾਈ ਕਰਨ ਦੀ ਲੋੜ ਨਹੀਂ ਪੈਂਦੀ। ਜੇ ਸਾਡੇ ਭਾਗ ਚੰਗੇ ਨੇ ਔਰ ਕੋਈ ਸਤਿਪੁਰਖ ਮਿਲ ਜਾਂਦਾ ਤੇ ਸਾਨੂੰ ਉਹਦੀ ਕੀਤੀ ਹੋਈ ਕਮਾਈ ਪ੍ਰਾਪਤ ਹੋ ਜਾਂਦੀ। ਉਸ ਨੂੰ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ 'ਚ ਇੱਦਾਂ ਲਿਖਿਆ, ਮਹਾਰਾਜ ਆਖਦੇ ਨੇ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹਨਾਂ ਦੇ ਦਰਸ਼ਨ ਕਰਕੇ ਬੰਦਾ ਨਿਹਾਲ ਹੋ ਜਾਂਦਾ। ਜਦੋਂ ਐਸੇ ਸੰਤ ਜਨ ਕਿਸੇ ਭਾਗਾਂ ਵਾਲੇ ਮਨੁੱਖ ਦੇ ਉੱਤੇ ਦਇਆਵਾਨ ਹੁੰਦੇ ਨੇ, ਸਤਿਗੁਰ ਆਖਦੇ ਨੇ ਕਿਰਪਾਲੂ ਹੁੰਦੇ ਨੇ, ਤੇ ਫਿਰ ਉਹਨਾਂ ਨੂੰ ਮਨੁੱਖੀ ਜੀਵਨ ਦੀ ਜੋ ਸੱਚੀ ਗੱਲ ਹੈ ਨਾ, ਧਰਮ ਵਾਲੀ, ਉਹ ਸਮਝਾਉਂਦੇ ਨੇ ਕਿ ਸਰਬ ਧਰਮ ਮਾਨੋ ਤੇ ਕੀਏ, ਜੇ ਪ੍ਰਭ ਕੀਰਤ ਗਾਈ। ਆਓ ਕਿ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ ਕਿ ਉਸ ਮਨੁੱਖ ਨੇ ਸਾਰੇ ਹੀ ਧਾਰਮਿਕ ਕੰਮ ਕਰ ਲੈਣੇ, ਕੋਈ ਧਾਰਮਿਕ ਕੰਮ ਨਹੀਂ ਛੱਡਿਆ ਜੇ ਕੀਰਤੀ ਕਰਦਾ ਹੈ।
सारे धार्मिक काम करता, गुस्ताखी माफ कीर्ति नहीं करता, एक भी कर्म नहीं किया। कोई कर्म लेखे विच नहीं आएगा। उसने मन क्या कर्म धर्म पाखंड जो दिसै तेन जम जागाती लुटै। उन्होंने तो जमा की जगात पै जानी है, उन्होंने तो टैक्स लग जाना। क्योंकि नानक जी उपाय कै लिख नाम है धर्म बहा लिया। उथे सच्चे ही सच निबड़ै, चुन वक्त कड़े जजमा लिया। थाव न पायन कूड़ियार, मुँह काले दोजक चालिया। तेरे नाय रते से जिन गए, हार गए से ठगन वालिया। लिख नाम है धर्म बहा लिया। इस करके याद रखना, सारे धर्म कर्म की ने परमात्मा की कीर्ति। जे सारे धर्म कर्म करते हैं वाहिगुरु की कीर्ति नहीं करते तो गुस्ताखी माफ करना कुछ नहीं करते, कुछ नहीं करते। बाकी दे कर्म सब फिर कर्म कांड है, पाखंड है, विखावा है। और पाखंड गुरबाणी उन्होंने कहती जिस दे विच मनुख का मन खंड खंड होवे, टुकड़े टुकड़े होवे। पाखंड कोई होर चीज़ नहीं, पाखंड है ही वो जिस दे विच मनुख का मन ना होवे। जिस तरह आख लवां, जिस कर्म की मनुख नूं सोझी ना होवे वो काम कर रहा तो पाखंड कर रहा। पता नहीं क्यों करना। बंदे नूं पुछिए गुरुद्वारे क्यों आउंदा जी, पता नहीं, फिर तो पाखंडी है बंदा। उन्होंने यही नहीं पता गुरुद्वारे क्यों आना। गुरुद्वारे ना आइए तो की घटदा है, गुरुद्वारे आइए तो की मिलता। जिस बंदे नूं यही गल नहीं समझ आई तो वह पाखंडी होएगा। वो असल दे विच संत साध गुरु का प्यारा या रब का प्यारा या रूहानी मार्ग से चलने वाला जिग्यासु नहीं होएगा। कर्म तो करी जा रहा है पर उसनों ये नहीं पता कर्म क्यों कर रहा मैं। जिस कर्म नूं ना करा तो की घट जाता है, कर्म करा तो की मिलता है, यही नहीं पता जी, सोझी नहीं है। अगले वचन मारने किए, राम नाम नर निस्बासुर में निमक एक उर धार है। आखन लगे हे भाई, उस परमात्मा दे नाम नूं, राम नाम नर नर है मनुख, कहते ने निस्बासुर में दिन रात उस परमात्मा दे नाम नूं हिरदे विच वसाए। राम नाम नर दा अर्थ है मनुख, निस्बासुर में दिन ते रात विच निमक एक उर धार है। पाओ कि दिन रात विच अख दे एक फोर लई भी परमात्मा दा नाम अपने हिरदे च वसांदा है। 24 घंटियां दे विच दिन ते रात दे विच एक पल वास्ते, एक खिन वास्ते, एक निमक वास्ते। निमक कहते ने अख दे एक पल झमकन जिन्ने समय नूं, एक मिनट दे विच कितने ही वारी साडी अखां झपकदियां। एक पल की गल चल रही है, एक निमक की गल चल रही है सतगुरु जी के इन्हां पावन बोलों के राही कि अख दे एक फोर लई भी परमात्मा का नाम अपने हिरदे च वसाउंदा है। परमात्मा के नाम नूं अपने हिरदे च टिकाउंदा है दिन रात 24 घंटियां दे विचों एक वारी। एक बारी वसा लेगा की होएगा। इत्थे तो गुरु साहब ने कह दिता पूरी जिंदगी च एक बारी वसा ले। एक चित जे एक छिन ध्यायो, काल फास के बीच न आयो। जे एक चित करके एक छिन भी परमात्मा के नाम नूं ध्या लैंदा ना, काल की फायद तो बच जांदा। नाम चली ताकत है, पर तैनूं उसकी सोझी आवे एक खिन वास्ते, उस दे विच डुब जाए, ਉਹਦੀ याद विच समा जाए। फिर अगे वचन किते दातार ने, आखन लगे जम को त्रास मिटै नानक ते अपनो जन्म सिरावै। हे नानक, तेह दा अर्थ उस मनुख दी जम दी त्रास मिट जाती है ते अपनो जन्म सवारै ते अपना मनुखा जीवन वो सफला कर लैंदा है और जमा दा डर उसदे जीवन चों मुक जाता है। जिहड़ा मनुख एक निमख लई परमात्मा दी सिफत करदा है, एक निमख लई रब नूं अपने हिरदे च वसांदा, 24 घंटियां विच सिर्फ एक निमख लई। तुसीं कहोगे भी 24 घंटियां दे विच कहा जाता भी 2.5 घंटे रब दे हिस्से कड्डो, दसवंध दिओ। जे 24 घंटे ने तो 24 घंटे का दसवंध कितना बनता है? 10 घंटे का दसवंध 1 घंटा, 20 घंटे का दसवंध 2 घंटे, 4 घंटिया का दसवंध 40 मिनट,
2 ਘੰਟੇ 40 ਮਿੰਟ ਬੰਦਾ ਹੈ ਨਾ, ਪਰ ਸਾਨੂੰ ਤੇ ਕਿਹਾ ਜਾਂਦਾ ਵੀ ਘੱਟੋ ਘੱਟ ਜੋ 2.5 ਘੰਟੇ ਸਤਸੰਗ ਕਰੋ। ਇਸ ਕਰਕੇ ਕਿਹਾ ਜਾਂਦਾ ਹੈ ਕਿ 2.5 ਘੰਟੇ ਸਤਸੰਗ ਕਰੇਗਾ, ਇੱਕ ਨਿਮਖ ਨਹੀਂ ਆਉਣਾ ਤੇਰੀ ਜ਼ਿੰਦਗੀ। 2.5 ਘੰਟੇ ਰੋਜ਼ ਸੇਵਾ ਕਰੇਗਾ, ਜੋੜੇ ਕਰ 'ਚ ਇੱਕ ਨਿਮਖ ਨਹੀਂ ਆਉਣਾ। ਉਹ ਇਸ ਕਰਕੇ ਹੀ ਕਰਨਾ ਕਿ ਜ਼ਿੰਦਗੀ 'ਚ ਉਹ ਇੱਕ ਨਿਮਖ ਆ ਜਾਏ। ਪੂਰੀ ਜ਼ਿੰਦਗੀ ਦੀ ਸੇਵਾ, ਸਤਸੰਗ, ਪਾਠ, ਪੂਜਾ, ਧਰਮ ਕਰਮ ਇਸ ਲਈ ਹੈ, ਰੋਜ਼ ਇਸ ਵਾਸਤੇ ਹੈ ਕਿ ਮੇਰੀ ਜ਼ਿੰਦਗੀ 'ਚ ਉਹ ਇੱਕ ਨਿਮਖ ਆਏ। 24 ਘੰਟਿਆਂ ਵਿੱਚ ਇੱਕ ਵਾਰੀ ਉਹ ਸੁਰਤ ਰੱਬ ਦੇ ਚਰਨਾਂ 'ਚ ਜੁੜੇ। ਇਸ ਕਰਕੇ ਅਸੀਂ ਇਹ ਸਾਰਾ ਕੁਝ ਕਰਦੇ ਹਾਂ ਕਿ ਕਿਤੇ ਸਾਡੇ ਜੀਵਨ 'ਚ ਇਹ ਸਾਰੀਆਂ ਗੱਲਾਂ ਪ੍ਰਗਟ ਹੋ ਸਕਣ। ਸੋ ਅੱਜ ਦੇ ਪਾਵਨ ਬਚਨਾਂ ਦੇ ਰਾਹੀਂ ਮੇਰੇ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹੀ ਗੱਲ ਸਮਝਾਈ ਹੈ ਕਿ ਉਹ ਕਿਹੜੀ ਜੁਗਤ ਹੈ, ਵਿਉਂਤ ਹੈ, ਜਿਸ ਦੇ ਨਾਲ ਮਨੁੱਖ ਦੀ ਸਾਰੀ ਖੋਟੀ ਮਤ ਨਾਸ ਹੋ ਜਾਏ ਤੇ ਚੰਗੀ ਮਤ ਇਸ ਮਨੁੱਖ ਦੇ ਜੀਵਨ 'ਚ ਪ੍ਰਗਟ ਹੋ ਜਾਏ। ਇੱਕ ਨਿਮਖ ਲਈ ਭਾਵੇਂ ਪ੍ਰਗਟ ਹੋਵੇ 24 ਘੰਟਿਆਂ ਵਿੱਚ, ਇੱਕ ਨਿਮਖ ਬਸ। ਉਹ ਰੋਜ਼ ਦਾ 2.5 ਘੰਟੇ ਦਾ ਸਤਸੰਗ, ਪਾਠ, ਪੂਜਾ, ਧਰਮ ਕਰਮ ਜੋ ਅਸੀਂ ਕਰਦੇ ਹਾਂ, ਉਹ ਇਸ ਵਾਸਤੇ ਕਿ ਉਸ ਨਿਮਖ ਤੱਕ ਪਹੁੰਚਣ ਵਿੱਚ ਇਹ ਸਾਰਾ ਕੁਝ ਚੀਜ਼ਾਂ ਮਦਦ ਕਰਦੀਆਂ ਬਸ। ਜਦੋਂ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਦੇ ਹਾਂ, ਉੱਥੇ ਪਹੁੰਚਣ ਲੱਗੇ ਇੱਕ ਨਿਮਖ ਹੀ ਲੱਗਦਾ, ਬਾਕੀ ਪਿੰਡਾਂ ਦਾ ਪਿੱਛੇ ਤੈਅ ਕਰਨਾ ਪੈਂਦਾ। ਜੇ ਮੈਂ ਦਿੱਲੀੋਂ ਤੁਰਿਆ ਤੇ ਅੰਮ੍ਰਿਤਸਰ ਸਾਹਿਬ ਜਾਣਾ ਨਾ, ਤਾਂ ਰਸਤੇ ਦੇ ਵਿੱਚ ਲਿਖਿਆ 400 ਮੀਲ। ਮੈਂ ਜਿਵੇਂ ਤੁਰਦਾ ਤੇ ਯਾਦ ਰੱਖਣਾ ਕਿ ਪੱਥਰ ਵਿੱਚ ਤੇ ਉੱਤੇ ਲਿਖੇ ਹੋਏ ਮੀਲ ਜਿਹੜੇ ਨੇ ਉਹ ਘਟਦੇ ਚਲੇ ਜਾਂਦੇ ਹਨ। ਪਰ ਜਦੋਂ ਮੈਂ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦਾ ਤੇ ਉੱਥੇ ਪੱਥਰ ਤੇ ਲਿਖਿਆ ਹੁੰਦਾ ਹੈ ਅੰਮ੍ਰਿਤਸਰ 0, ਤੇ 0 ਤੇ ਖੜ ਗਿਆ। ਜਾ ਕੇ ਮੈਂ 0 ਤੇ ਖੜਨ ਲੱਗਿਆ, ਇੱਕ ਨਿਮਖ ਲੱਗਿਆ, ਪਰ ਰਸਤੇ ਵਿੱਚ ਸਮਾਂ ਲੱਗਿਆ ਉੱਥੇ ਤੱਕ ਜਾਣ ਲੱਗਿਆ। ਇਸ ਗੱਲ ਨੂੰ ਦਾਸ ਇੱਦਾਂ ਵੀ ਕਹਿੰਦਾ ਹੈ ਕਿ ਜਦੋਂ ਤੁਸੀਂ ਉਸ ਮਾਰਗ ਤੇ ਤੁਰੋਗੇ, ਸੁਣਨ ਵਾਲੀ ਅਵਸਥਾ ਵਾਲੇ ਪਾਸੇ, ਤੇ ਜਿਵੇਂ ਤੁਰਦੇ ਜਾਵੋਗੇ, ਤੁਰਦੇ ਤੁਹਾਡੀ ਹਉਮੈ ਘਟਦੀ ਚਲੀ ਜਾਏਗੀ। ਇੱਕ ਦਿਨਾਂ ਤੁਸੀਂ ਹਉਮੈ 0 ਕਰ ਲਓਗੇ ਤੇ ਉਸ ਨਿਰੰਕਾਰ ਦੇ ਸੈਰ ਵਿੱਚ ਪਹੁੰਚ ਜਾਓਗੇ। ਫਿਰ ਨਿਰੰਕਾਰ ਹੀ ਨਿਰੰਕਾਰ ਹੋਏਗਾ, ਇੱਕ ਓੰਕਾਰ ਹੀ ਹੋਏਗਾ। ਫਿਰ ਸਾਡੇ ਅੰਦਰ ਕੋਈ ਹਉਮੈ ਨਹੀਂ ਹੋਏਗੀ। ਹਉਮੈ ਹੁਣ 0 ਹੋ ਚੁੱਕੀ ਹੈ, ਪਰ ਹਉਮੈ ਨੂੰ 0 ਕਰਨ ਵਾਸਤੇ ਮੰਜ਼ਿਲ ਤੇ ਤੈਅ ਕਰਨੀ ਪਏਗੀ। ਉਹ ਹੈ ਸਤਸੰਗਤ, ਉਹ ਹੈ ਨਾਮ ਜਪਣਾ, ਨਿਤਨੇਮੀ ਹੋਣਾ, ਤਾਂ ਕਿ ਅਸੀਂ 0 ਤੇ ਪਹੁੰਚ ਜਾਈਏ। ਹਉਮੈ 0 ਹੋ ਜਾਏ ਤਾਂ ਕਿ ਰੱਬ ਪ੍ਰਗਟ ਹੋ ਜਾਏ, ਕਿਉਂਕਿ ਜਦ ਤੱਕ ਹਉਮੈ ਹੈ ਉਦੋਂ ਪਰਮਾਤਮਾ ਪ੍ਰਗਟ ਨਹੀਂ ਹੋਣਾ। ਪਰ ਜਦੋਂ ਐਸੀ ਅਵਸਥਾ ਬਣ ਗਈ, ਮੈਂ ਨਾਹੀਂ ਕਿਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਉਹ ਸਰ ਲੱਜਾ ਰਾਖ ਲਓ ਸਦਨਾ ਜਨ ਤੋਰਾ। ਹੁਣ ਮੇਰੀ ਇੱਜ਼ਤ ਰੱਖ ਲੈ, ਹੁਣ ਮੇਰੇ ਵਿੱਚ ਮੈਂ ਖਤਮ ਹੋ ਗਈ ਹੈ। ਮੈਂ ਖਤਮ ਹੁੰਦੇ ਸਾਰ ਰੱਬ ਦਾ ਮਿਲਾਪ ਹੈ। ਔਰ ਫਿਰ ਰੱਬ ਦਾ ਮਿਲਾਪ ਹੀ ਨਹੀਂ, ਸਗੋਂ ਜੀਵਨ ਦੇ ਵਿੱਚ ਇਹ ਬਚਨ ਪੂਰੇ ਹੋ ਜਾਂਦੇ ਨੇ ਕਿ ਇਹ ਲੋਕ ਸੁਖੀ ਹੈ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਧੰਨਵਾਦ ਸਾਰਿਆਂ ਦਾ। ਸਭਨਾਂ ਦੀ ਸਤਿਗੁਰ ਭੇਟਾਵਾਂ, ਧਰਤੇ ਪ੍ਰਵਾਨ ਗੁਰ ਸਿੱਖੀ ਨਾਮ ਬਾਣੀ ਦਾ ਅਭਿਆਸ ਬਖਸ਼ਣ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਗੁਰਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ